ਹਵੇਲੀ ਨੂੰ ਘੇਰਾ ਪਾਉਣ ਉਪਰੰਤ ਉਹਨਾਂ ਕਿਹਾ ਜੀ ਜਾਂ ਤਾਂ ਮੁਸਲਮਾਨ ਬਣ ਜਾਓ, ਭਾਰਤ ਜਾਣ ਦੀ ਗੱਲ ਛੱਡ ਦਿਓ ਅਤੇ ਤੁਹਾਨੂੰ ਕੁਛ ਨਹੀਂ ਕਹਿਣਾ, ਇੱਥੇ ਆਰਾਮ ਨਾਲ ਰਹੀ ਜਾਓ, ਇਸਲਾਮ ਧਰਮ ਜਿਹੜਾ ਤੁਸੀਂ ਕਬੂਲ ਕਰ ਲਓ। ਉਹਨੇ ਜਦੋਂ ਇਹ ਰੱਖੀ ਸ਼ਰਤ ਕਿ ਤੁਹਾਡੇ ਨਾਲ ਇੱਕ ਪਰਿਵਾਰ ਹੋਰ ਰਹਿੰਦਾ ਹੈ, ਬਾਜਵਾ ਪਰਿਵਾਰ, ਉਹਨਾਂ ਦੀ ਇੱਕ ਇਸਤਰੀ ਨਾਲ ਮੇਰਾ ਨਿਕਾਹ ਵੀ ਕਰਾ ਦਿਓ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਜਾਣ ਦੇਣਾ ਹੈ। ਤੇ ਸਾਡੇ ਵਡੇਰਿਆਂ ਨੇ ਉਸੇ ਵੇਲੇ ਉਹਦੀ ਰਸੂਲ ਬਖਸ਼ ਦੀ ਜਿਹੜੀ ਹੈ ਗਰਦਨ ਉਤਾਰ ਦਿੱਤੀ। ਪਰਿਵਾਰ ਨੇ ਸਲਾਹ ਕੀਤੀ ਵੀ ਦੇਖੋ ਅਸੀਂ ਤਾਂ ਇਹਨਾਂ ਨਾਲ ਲੜਦੇ ਹਾਂ ਜਾਂ ਕਿਸ ਤਰ੍ਹਾਂ ਸ਼ਹੀਦ ਹੋ ਜਾਣਾ, ਬੱਚਿਆਂ ਦਾ ਅਤੇ ਇਸਤਰੀਆਂ ਦਾ ਕੀ ਬਣਨਾ। ਇਸਤਰੀਆਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਨਹੀਂ ਛੱਡ ਕੇ ਤੁਸੀਂ ਜਾਣਾ, ਕਿਉਂਕਿ ਤੁਸੀਂ ਤਾਂ ਹੋ ਜਾਣਾ ਸ਼ਹੀਦ ਅਤੇ ਸਾਡਾ ਕੀ ਬਣਨਾ, ਸਾਨੂੰ ਆਪਣੇ ਹੱਥੀਂ ਸ਼ਹੀਦ ਕਰਕੇ ਜਾਓ। ਇਕੱਲੀ ਇਕੱਲੀ ਇਸਤਰੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਆਪਣੇ ਪਿਤਾ ਜਾਂ ਪਤੀਆਂ ਦੇ ਹੱਥੋਂ ਉਹਨਾਂ ਨੇ ਸ਼ਹੀਦੀ ਜਿਹੜੀ ਹੈ, ਸ਼ਹੀਦ ਹੋਣਾ ਜਿਹੜਾ ਮਨਜ਼ੂਰ ਸਮਝਿਆ। ਜੇਕਰ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਆਪਣੇ ਜੱਦੀ ਪਿੰਡ ਪਾਕਿਸਤਾਨ ਜਾਣਾ ਚਾਹੋਗੇ? ਹਾਂ, ਜੇ ਦੇਖੋ ਜੀ ਇੰਡੀਅਨ ਦੀ ਗਵਰਨਮੈਂਟ, ਪਾਕਿਸਤਾਨ ਦੀ ਗਵਰਨਮੈਂਟ ਪਰਮਿਸ਼ਨ ਦੇਵੇ ਕਿ ਤੁਸੀਂ ਆਪਣਾ ਜੋ ਹੈ ਤੁਹਾਡੇ ਜਿਹੜੇ ਵਡੇਰੇ ਨੇ ਉਹਨਾਂ ਦੀ ਤੁਸੀਂ ਜਿਹੜੀ ਜਗ੍ਹਾ ਦੇਖ ਸਕਦੇ ਹੋ, ਤਾਂ ਅਸੀਂ ਜ਼ਰੂਰ ਜਾਵਾਂਗੇ। ਉੱਥੇ ਵੇਖਾਂਗੇ ਵੀ ਉੱਥੇ ਜੋ ਇਹਨਾਂ ਨੂੰ ਇੰਨਾ ਗੁਰੂ ਮਹਾਰਾਜ ਨੇ ਬਲ ਬਖਸ਼ਿਆ, ਉਸ ਸਥਾਨ ਦੇ ਜ਼ਰੂਰ ਦਰਸ਼ਨ ਕਰਾਂਗੇ ਜਿੱਥੇ ਇਹਨਾਂ ਨੇ ਆਪਣੇ ਦੇਸ਼ ਦੇ ਆਪਣੇ ਧਰਮ ਦੀ ਖਾਤਰ ਪਰਿਵਾਰ ਦੇ 17 ਜੀ ਹੱਥੀਂ ਸ਼ਹੀਦ ਕੀਤੇ ਆ। ਨਾ ਕੋਈ ਕੇਅਰ ਕੀਤੀ ਗਈ ਨਾ ਕੁਛ, ਅਤੇ ਉਹ ਜਿਹੜਾ ਫਿਰਕੂ ਤਣਾਅ ਵੱਧਦਾ ਇੰਨਾ ਭਿਅੰਕਰ ਰੂਪ ਲੈ ਗਿਆ ਕਿ 10 ਲੱਖ ਦੇ ਕਰੀਬ ਜਿਹੜਾ ਪੰਜਾਬੀ ਹੈ ਉਹਦੇ ਵਿੱਚ ਕਿਸੇ ਵੀ ਧਰਮ ਦਾ ਮਾਰਿਆ ਗਿਆ। ਇੱਧਰੋਂ ਮੁਸਲਮਾਨ ਜਿਹੜੇ ਜਾਂਦੇ ਸੀ ਉਹ ਵੀ ਫਿਰਕੂ ਤਣਾਅ ਦੀ ਭੇਟ ਚੜ੍ਹ ਜਾਂਦੇ ਸੀ, ਉੱਧਰੋਂ ਜਿਹੜੇ ਹਿੰਦੂ ਸਿੱਖ ਆਉਂਦੇ ਸੀ ਉਹ ਵੀ ਫਿਰਕੂ ਤਣਾਅ ਦੀ ਭੇਟ ਚੜ੍ਹ ਜਾਂਦੇ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ। ਜਿੱਥੇ ਅੱਜ ਲੋਕ 15 ਅਗਸਤ ਦੀਆਂ ਖੁਸ਼ੀਆਂ ਮਨਾ ਰਹੇ ਨੇ, ਉੱਥੇ ਜਦ 47 ਦੀ ਵੰਡ ਹੁੰਦੀ ਹੈ ਤਾਂ ਕਰੀਬ 10 ਲੱਖ ਦੇ ਲੋਕ ਪ੍ਰਭਾਵਿਤ ਹੁੰਦੇ ਨੇ। ਕਈਆਂ ਦੇ ਘਰਾਂ ਦੇ ਪਰਿਵਾਰਾਂ ਦੇ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ। ਉੱਥੇ ਅੱਜ ਅਸੀਂ ਪਹੁੰਚੇ ਹੋਏ ਹਾਂ ਚਾਵਲਾ ਪਰਿਵਾਰ ਕੋਲ, ਜਿਨ੍ਹਾਂ ਦੇ ਮੁਖੀ ਦੁਆਰਾ ਆਪਣੇ ਘਰ ਦੇ 17 ਜੀ ਸ਼ਹੀਦ ਕਰ ਦਿੱਤੇ ਜਾਂਦੇ ਨੇ। ਜੀ ਹਾਂ, ਬਿਲਕੁਲ ਠੀਕ ਸੁਣਿਆ ਤੁਸੀਂ, 17 ਜੀ ਸ਼ਹੀਦ ਕਰ ਦਿੱਤੇ ਜਾਂਦੇ ਨੇ। ਸੋ ਉਹਨਾਂ ਦੇ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਇੱਕ ਤਰਫ ਤਾਂ ਲੋਕ 15 ਅਗਸਤ ਦੀਆਂ ਖੁਸ਼ੀਆਂ ਮਨਾ ਰਹੇ ਨੇ, ਔਰ ਦੂਸਰੀ ਤਰਫ ਤੁਸੀਂ ਉਹ ਕਿ ਤੁਹਾਡੇ ਘਰ ਦੇ 17 ਜੀ ਸ਼ਹੀਦ ਕਰ ਦਿੱਤੇ ਜਾਂਦੇ ਨੇ ਤੁਹਾਡੇ ਦਾਦਾ ਜੀ ਦੁਆਰਾ। ਕੀ ਮੰਜ਼ਰ ਸੀ ਉਦੋਂ, ਕੀ ਦੱਸਦੇ ਸੀ ਤੁਹਾਡੇ ਦਾਦਾ ਜੀ? ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਕਰਨਪਾਲ ਸਿੰਘ ਚਾਵਲਾ ਵੱਲੋਂ ਸਤਿ ਸ਼੍ਰੀ ਅਕਾਲ। ਸਾਡਾ ਪਰਿਵਾਰ ਜੀ ਪਿੰਡ ਥਪਨਾਲਾ, ਡਿਸਟ੍ਰਿਕਟ ਗੁਜਰਾਂਵਾਲਾ, ਹੁਣ ਪਾਕਿਸਤਾਨ ਵਿਖੇ ਰਹਿੰਦਾ ਸੀ। ਬੜਾ ਰੱਜਿਆ ਪੁੱਜਿਆ ਪਰਿਵਾਰ ਸੀ, ਅਤੇ ਜਦੋਂ ਦੇਸ਼ ਦੀ ਆਜ਼ਾਦੀ ਦੇ ਵੇਲੇ ਫਿਰਕੂ ਤਣਾਅ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੋ ਗਿਆ, ਜਿਹੜਾ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਦੋਨਾਂ ਪੰਜਾਬਾਂ ਦੇ ਵਿੱਚ ਫੈਲ ਗਿਆ, ਅਤੇ ਤਕਰੀਬਨ 8-10 ਹਜ਼ਾਰ ਦੇ ਕਰੀਬ ਮੁਸਲਮਾਨਾਂ ਨੇ ਜੋ ਹੈ ਉੱਥੋਂ ਦੇ ਉਹਨਾਂ ਨੇ ਸਾਡੀ ਹਵੇਲੀ ਨੂੰ ਘੇਰਾ ਪਾ ਲਿਆ, ਕਿਉਂਕਿ ਉਦੋਂ ਪਰਿਵਾਰ ਸਿਰਫ 3-4 ਹੀ ਰਹਿ ਗਏ ਹੋਏ ਸੀ ਪਿੰਡ ਦੇ ਵਿੱਚ। ਸਾਡਾ ਪਿੰਡ ਜਿਹੜਾ ਉਹ ਚਾਵਲਾ ਬਾਜਵਾ ਥਪਨਾਲਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਅਤੇ ਠੱਠਾ ਠਪਨਾਲਾ ਵੀ ਉਹਨੂੰ ਕਹਿੰਦੇ ਸੀ, ਡਿਸਟ੍ਰਿਕਟ ਗੁਜਰਾਂਵਾਲਾ। ਹਵੇਲੀ ਨੂੰ ਘੇਰਾ ਪਾਉਣ ਉਪਰੰਤ ਉਹਨਾਂ ਕਿਹਾ ਜੀ ਜਾਂ ਤਾਂ ਮੁਸਲਮਾਨ ਬਣ ਜਾਓ, ਭਾਰਤ ਜਾਣ ਦੀ ਗੱਲ ਛੱਡ ਦਿਓ ਅਤੇ ਤੁਹਾਨੂੰ ਕੁਛ ਨਹੀਂ ਕਹਿਣਾ, ਇੱਥੇ ਆਰਾਮ ਨਾਲ ਰਹੀ ਜਾਓ, ਇਸਲਾਮ ਧਰਮ ਜਿਹੜਾ ਤੁਸੀਂ ਕਬੂਲ ਕਰ ਲਓ। ਸਾਡੇ ਪਰਿਵਾਰ ਦੇ ਮੁਖੀਆਂ ਨੇ ਜੋ ਦੱਸਦੇ ਆ ਕਿ ਉਹਨਾਂ ਨੇ ਬਿਲਕੁਲ ਹੀ ਇਹ ਚੀਜ਼ ਨੂੰ ਨਕਾਰ ਦਿੱਤਾ ਵੀ ਅਸੀਂ ਇਸਲਾਮ ਧਰਮ ਨਹੀਂ ਕਬੂਲ ਕਰਨਾ। ਜੋ ਧਰਮ ਸਾਡੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਧਰਮ ਸਾਨੂੰ ਸਿੱਖੀ ਧਰਮ ਦੇ ਲੜ ਲਾ ਗਏ ਨੇ, ਅਸੀਂ ਉਹਦੇ ਵਿੱਚ ਹੀ ਰਹਿਣਾ। ਅਤੇ ਉਹ ਜਿਹੜਾ ਕਿ ਪਰਿਵਾਰ ਨੂੰ ਮਾਰਨ ਦੀ ਨੀਅਤ ਨਾਲ ਇੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਮੁਸਲਮਾਨ ਜਿਹੜੇ ਆ ਇਕੱਠੇ ਹੋਏ ਸੀ, ਉਹਨਾਂ ਨੇ ਨਾਲ ਇਹ ਵੀ ਸ਼ਰਤ, ਜਦੋਂ ਉਹਨਾਂ ਦਾ ਜਿਹੜਾ ਮੁਖੀ ਸੀ ਰਸੂਲ ਬਖਸ਼,
ਉਹਨੇ ਜਦੋਂ ਇਹ ਰੱਖੀ ਸ਼ਰਤ ਕਿ ਤੁਹਾਡੇ ਨਾਲ ਇੱਕ ਪਰਿਵਾਰ ਹੋਰ ਰਹਿੰਦਾ ਹੈ, ਬਾਜਵਾ ਪਰਿਵਾਰ, ਉਹਨਾਂ ਦੀ ਇੱਕ ਇਸਤਰੀ ਨਾਲ ਮੇਰਾ ਨਿਕਾਹ ਵੀ ਕਰਾ ਦਿਓ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਜਾਨ ਦੇਣਾ ਹੈ। ਜਦੋਂ ਇਹ ਗੱਲ ਸੁਣੀ ਤਾਂ ਸਾਡੇ ਵਡੇਰਿਆਂ ਨੇ, ਕਿਉਂਕਿ ਪਰਿਵਾਰ ਉਹ ਵੀ ਆਪਣਾ ਪਿੰਡ ਦਾ ਹੀ ਪਰਿਵਾਰ ਸੀ, ਸਾਡੀ ਕੌਮ ਦਾ ਹੀ ਪਰਿਵਾਰ ਸੀ, ਅਤੇ ਸਾਡੇ ਵਡੇਰਿਆਂ ਨੇ ਉਸੇ ਵੇਲੇ ਉਹਦੀ ਰਸੂਲ ਬਖਸ਼ ਦੀ ਜਿਹੜੀ ਹੈ ਗਰਦਨ ਉਤਾਰ ਦਿੱਤੀ। ਬਾਹਰ ਤਾਂ ਵੈਸੇ 8-10 ਹਜ਼ਾਰ ਮੁਸਲਮਾਨ ਪਰਿਵਾਰਾਂ ਨੂੰ ਸ਼ਹੀਦ ਕਰਨ ਲਈ ਇਕੱਠਾ ਹੋਇਆ ਸੀ। ਪਰਿਵਾਰ ਨੇ ਸਲਾਹ ਕੀਤੀ ਵੀ ਦੇਖੋ ਅਸੀਂ ਤਾਂ ਇਹਨਾਂ ਨਾਲ ਲੜਦੇ ਹਾਂ ਜਾਂ ਕਿਸ ਤਰ੍ਹਾਂ ਸ਼ਹੀਦ ਹੋ ਜਾਣਾ, ਬੱਚਿਆਂ ਦਾ ਅਤੇ ਇਸਤਰੀਆਂ ਦਾ ਕੀ ਬਣਨਾ ਹੈ। ਇਸਤਰੀਆਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਨਹੀਂ ਛੱਡ ਕੇ ਤੁਸੀਂ ਜਾਣਾ, ਕਿਉਂਕਿ ਤੁਸੀਂ ਤਾਂ ਹੋ ਜਾਣਾ ਸ਼ਹੀਦ, ਅਤੇ ਸਾਡਾ ਕੀ ਬਣਨਾ, ਸਾਨੂੰ ਆਪਣੇ ਹੱਥੀਂ ਸ਼ਹੀਦ ਕਰਕੇ ਜਾਓ। ਇਕੱਲੀ ਇਕੱਲੀ ਇਸਤਰੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਆਪਣੇ ਪਿਤਾ ਜਾਂ ਪਤੀਆਂ ਦੇ ਹੱਥੋਂ ਉਹਨਾਂ ਨੇ ਸ਼ਹੀਦੀ ਜਿਹੜੀ ਹੈ, ਸ਼ਹੀਦ ਹੋਣਾ ਜਿਹੜਾ ਮਨਜ਼ੂਰ ਸਮਝਿਆ। ਅਤੇ ਸਾਡੇ ਪਰਿਵਾਰ ਨੇ ਹੱਥੀਂ ਆਪਣੇ 17 ਜੀ ਆਪਣੇ ਦੇਸ਼ ਲਈ, ਕੌਮ ਲਈ, ਆਪਣੇ ਧਰਮ ਲਈ ਹੱਥੀਂ ਸ਼ਹੀਦ ਕਰਕੇ ਅਤੇ ਉੱਥੋਂ ਬੜੀ ਮੁਸ਼ਕਿਲ ਦੇ ਨਾਲ ਨਿਕਲ ਕੇ, ਕਿ ਉਦੋਂ ਪਤਾ ਨਹੀਂ ਕੋਈ ਫਾਇਰ ਪਰਿਵਾਰ ਵੱਲੋਂ ਕੱਢੇ ਗਏ ਕਿ ਥੋੜ੍ਹਾ ਜਿਹਾ ਰਸਤਾ ਕਿਤੋਂ ਮਿਲਿਆ, ਅਤੇ ਬੜੀ ਮੁਸ਼ਕਿਲ ਦੇ ਨਾਲ, ਪਾਣੀ ਬਹੁਤ ਆਇਆ ਹੋਇਆ ਸੀ, ਰਾਵੀ ਦਰਿਆ ਨੂੰ ਬੜੀ ਮੁਸ਼ਕਿਲ ਪਾਰ ਕਰਕੇ ਅਤੇ ਅੰਮ੍ਰਿਤਸਰ ਆਏ। ਤਾਂ ਕਰਮ ਜੀ, ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗਾ, ਫਿਰ ਇੱਥੇ ਆਣ ਕੇ ਕਿਸ ਤਰ੍ਹਾਂ ਸੈਟਿੰਗ ਹੁੰਦੀ ਆ, ਕਿਉਂਕਿ ਉੱਥੇ ਤਾਂ ਤੁਹਾਡਾ ਪਰਿਵਾਰ ਸਾਰਾ ਕੁਝ ਛੱਡ ਕੇ ਆ ਜਾਂਦਾ ਆ, ਅਤੇ ਇੱਥੇ ਆਣ ਕੇ ਕਿੰਨਾ ਕੁ ਮੁਸ਼ਕਿਲ ਸੀ ਇੱਕ ਵਾਰ ਫਿਰ ਤੋਂ ਨਵੇਂ ਸਿਰ ਤੋਂ ਆਪਣਾ ਬਿਜ਼ਨਸ ਸਟੈਂਡ ਕਰਨਾ? ਪਰਿਵਾਰ ਨੂੰ ਉੱਥੋਂ ਦੇ ਬਦਲੇ ਥੋੜ੍ਹੀ ਜਿਹੀ ਇੱਥੇ ਜਗ੍ਹਾ ਵੀ ਅਲੋਟ ਹੋਈ, ਅਤੇ ਸਾਡੇ ਜਿਹੜੇ ਦਾਦਾ ਜੀ ਉਹਨਾਂ ਆ ਕੇ ਫਿਰ ਮਿਹਨਤ ਕੀਤੀ, ਕਿ ਪਰਿਵਾਰ ਸ਼ੁਰੂ ਤੋਂ ਹੀ ਬੜਾ ਮਿਹਨਤੀ ਪਰਿਵਾਰ ਸੀ, ਅਤੇ ਖੱਡੀਆਂ ਦਾ ਕੰਮ ਸ਼ੁਰੂ ਕੀਤਾ, ਕੱਪੜੇ ਦਾ, ਉੱਥੋਂ ਆਪਣੀ ਰੁਜ਼ਗਾਰ ਜਿਹੜਾ ਪੈਦਾ ਕੀਤਾ, ਅਤੇ ਪਰਿਵਾਰ ਨੂੰ ਆਪਣੀ ਮਿਹਨਤ ਦੇ ਨਾਲ ਜੋ ਹੈ ਪੜ੍ਹਾਇਆ ਲਿਖਾਇਆ, ਵਧਾਇਆ। ਉਸ ਤੋਂ ਬਾਅਦ ਜਦੋਂ ਪਰਿਵਾਰ ਵੱਡਾ ਹੋ ਗਿਆ, ਸਾਡੇ ਫਾਦਰ ਹਰੀ ਉਹਨਾਂ ਨੇ ਫਿਰ ਆਪਣੇ ਬਿਜ਼ਨਸ ਸ਼ੁਰੂ ਕੀਤੇ ਇਲੈਕਟ੍ਰੀਕਲ ਦੇ, ਪੱਖਿਆਂ ਦੇ, ਅਤੇ ਬੜੀ ਮਹਾਰਾਜ ਦੀ ਉਸੇ ਤਰ੍ਹਾਂ ਹੀ ਜੋ ਅਪਾਰ ਬਖਸ਼ਿਸ਼ ਗੁਰੂ ਪਾਤਸ਼ਾਹ ਨੇ ਫਿਰ ਪਰਿਵਾਰ 'ਤੇ ਕਰ ਦਿੱਤੀ। ਅਤੇ ਅੱਜ ਅਸੀਂ ਜੀ ਉਹਨਾਂ ਦੀ ਭਾਵੇਂ ਤੀਸਰੀ ਪੀੜ੍ਹੀ ਆ, ਸਾਡੇ ਦਾਦਾ ਜੀ ਤੋਂ ਬਾਅਦ ਫਾਦਰ ਸਾਹਿਬ, ਅਤੇ ਉਸ ਤੋਂ ਬਾਅਦ ਸਾਡੀ ਜਿਹੜੀ ਪੀੜ੍ਹੀ ਹੈ, ਅਤੇ ਉਸੇ ਤਰ੍ਹਾਂ ਹੀ ਅਸੀਂ ਗੁਰੂ ਮਹਾਰਾਜ ਦੇ ਸਿੱਖਿਆਵਾਂ 'ਤੇ ਚੱਲਦੇ ਹੋਏ ਉਸੇ ਤਰ੍ਹਾਂ ਹੀ ਸਮਾਜ ਦੀ ਵੀ ਸੇਵਾ ਕਰ ਰਹੇ ਹਾਂ, ਅਤੇ ਸਿਆਸਤ ਦੇ ਵਿੱਚ ਵੀ ਮੈਂ ਕਾਰਜਕਾਰਨੀ ਦਾ, ਭਾਜਪਾ ਦਾ ਪੰਜਾਬ ਦਾ ਮੈਂਬਰ ਵੀ ਹਾਂ, ਕਾਰਜਕਾਰੀ ਕਮੇਟੀ ਦਾ, ਅਤੇ ਉਸੇ ਤਰ੍ਹਾਂ ਹੀ ਅਸੀਂ ਸਮਾਜ ਦੀ ਜੋ ਹੈ ਸੇਵਾ ਕਰ ਰਹੇ ਹਾਂ। ਅਤੇ ਮੈਂ ਸਮਝਦਾ ਕਿ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਸਾਡੇ ਜਿਹੜੇ ਹਰਮਨ ਪਿਆਰੇ ਮੰਤਰੀ ਪੈਟਰੋਲੀਅਮ ਮੰਤਰੀ ਸਰਦਾਰ ਹਰਦੀਪ ਸਿੰਘ ਪੁਰੀ ਜੀ, ਕਿ ਜਿਹੜੇ ਅੱਜ ਵੀ ਜਿਨ੍ਹਾਂ ਨੂੰ ਇਹ ਹਮੇਸ਼ਾ ਫਿਕਰ ਹੁੰਦੀ ਹੈ ਕਿ ਜਿਹੜੇ ਕੁਛ ਸਾਡੇ ਪਰਿਵਾਰ, ਸਾਡੇ ਕੁਛ ਭਾਰਤੀ ਬਾਹਰ ਦੇ ਮੁਲਕਾਂ 'ਚ ਵੀ ਬੈਠੇ ਨੇ, ਜਾਂ ਪਾਕਿਸਤਾਨ 'ਚ ਸਿੰਧੀ ਹਿੰਦੂ ਰਹਿ ਗਏ ਨੇ, ਉਹਨਾਂ ਦੀ ਮੈਂ ਵੇਖਿਆ ਗੌਰਮੈਂਟ ਸਭ ਤੋਂ ਜ਼ਿਆਦਾ ਫਿਕਰ ਕਰ ਰਹੀ ਹੈ, ਅਤੇ ਉਹਨਾਂ 'ਤੇ ਕੋਈ ਵੀ ਜੋ ਹੈ ਮੁਸ਼ਕਿਲ ਆਉਂਦੀ ਹੈ, ਅਤੇ ਭਾਰਤ ਸਰਕਾਰ ਜਿਹੜੀ ਨਰਿੰਦਰ ਮੋਦੀ ਜੀ ਦੀ, ਸਰਦਾਰ ਹਰਦੀਪ ਸਿੰਘ ਪੁਰੀ ਮੰਤਰੀ ਜੀ ਦੇ, ਇਹ ਸਭ ਤੋਂ ਜ਼ਿਆਦਾ ਉਸੇ ਵੇਲੇ ਐਕਸ਼ਨ ਲੈਂਦੇ ਨੇ, ਅਤੇ ਪਾਕਿਸਤਾਨ ਗੌਰਮੈਂਟ ਨੂੰ ਜਾਂ ਅਫਗਾਨਿਸਤਾਨ ਗੌਰਮੈਂਟ ਨੂੰ ਉਸੇ ਵੇਲੇ ਹੀ ਅਲਾਰਮ ਦਿੰਦੇ ਨੇ ਵੀ ਇਹ ਜੋ ਜ਼ੁਲਮ ਹੈ ਬੰਦ ਕੀਤਾ ਜਾਏ। ਹੁਣ ਵੀ ਤੁਸੀਂ ਲੇਟੈਸਟ ਦੇਖ ਲਓ, ਅਤੇ ਕੁਝ ਸੋਸ਼ਲ ਮੀਡੀਆ 'ਚ ਵੀ ਆ ਰਿਹਾ ਕਿ ਇੱਕ ਹਿੰਦੂ ਮੰਦਿਰ ਦੀ ਬੜੀ ਭੰਨਤੋੜ ਕੀਤੀ ਗਈ ਹੈ, ਮੂਰਤੀਆਂ ਨੂੰ ਖੰਡਿਤ ਕੀਤਾ ਗਿਆ ਹੈ ਇੱਕ ਮੋਬ ਵੱਲੋਂ, ਜਿਹੜੇ ਕਿ ਮੋਬ ਦੇ ਵਿੱਚ ਸਾਰੇ ਹੀ ਜੋ ਚਿਹਰੇ ਸਾਫ਼ ਦਿਖਾਈ ਦੇ ਰਹੇ ਨੇ, ਅਤੇ ਜਿਹੜੀ ਕਿ ਬੜੀ ਮੰਦਭਾਗੀ ਘਟਨਾ ਹੈ। ਮੈਂ ਸੈਂਟਰ ਸਰਕਾਰ ਤੋਂ ਵੀ, ਸਾਡੇ ਪ੍ਰਧਾਨ ਮੰਤਰੀ ਜੀ ਤੋਂ ਵੀ ਇਹ ਬੇਨਤੀ ਕਰਾਂਗਾ ਕਿ ਇਹਦਾ ਸਖਤ ਤੋਂ ਸਖਤ ਐਕਸ਼ਨ ਲੈ ਕੇ ਪਾਕਿਸਤਾਨ ਗੌਰਮੈਂਟ ਨੂੰ, ਉਹਨਾਂ ਮੁਜਰਮਾਂ ਨੂੰ ਜਿਹੜੇ ਕਿ ਟਰੇਸ ਵੀ ਹੋ ਰਹੇ ਨੇ ਸਾਰੇ, ਉਹਨਾਂ ਨੂੰ ਤੁਰੰਤ ਫੜ ਕੇ ਉਹਨਾਂ 'ਤੇ ਜੋ ਕਾਨੂੰਨੀ ਕਾਰਵਾਈ ਉਹਨਾਂ ਨੂੰ ਕਹਿਣ ਵੀ ਪਾਕਿਸਤਾਨ ਗੌਰਮੈਂਟ 'ਤੇ ਪ੍ਰੈਸ਼ਰ ਬਣਾਉਣ ਵੀ ਇਸ ਤਰ੍ਹਾਂ ਦੀ, ਤਾਂ ਜੋ ਇਸ ਤਰ੍ਹਾਂ ਦੀ ਜੋ ਕਾਰਵਾਈ, ਇਸ ਤਰ੍ਹਾਂ ਦਾ ਜੋ ਹਮਲਾ ਅੱਗੋਂ ਤੋਂ ਕਿਸੇ ਵੀ ਧਾਰਮਿਕ ਸਥਲ 'ਤੇ ਨਾ। ਅਫਗਾਨਿਸਤਾਨ 'ਚ ਵੀ ਜੋ ਹੈ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਕੇ ਇੱਕ ਨਿਸ਼ਾਨ ਸਾਹਿਬ ਉਤਾਰਿਆ ਗਿਆ, ਅਤੇ ਜਿਹੜੀ ਉਹ ਬੜੀ ਨਿੰਦਣਯੋਗ ਗੱਲ ਹੈ। ਅਤੇ ਸਾਨੂੰ ਪੂਰਾ ਉਮੀਦ ਹੈ ਕਿ ਸਾਡੀ ਜਿਹੜੀ ਇੰਡੀਅਨ ਗੌਰਮੈਂਟ ਹੈ, ਸਾਡੇ ਪ੍ਰਧਾਨ ਮੰਤਰੀ ਜੀ ਇਹ 'ਤੇ ਸਖਤ ਐਕਸ਼ਨ ਲੈਣਗੇ, ਅਤੇ ਉੱਥੋਂ ਦੀਆਂ ਸਰਕਾਰਾਂ ਨੂੰ ਜ਼ਰੂਰ ਇਸ ਸਖਤ ਸੰਦੇਸ਼ ਦੇਣਗੇ ਵੀ ਜਿਹੜੇ ਮੁਜਰਮ ਨੇ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਰਨ ਜੀ, ਜਦ ਤੁਹਾਡੇ ਦਾਦਾ ਜੀ ਦੱਸਦੇ ਸੀ ਕਿ ਅਸੀਂ ਆਪਣੇ ਹੱਥੀਂ 17 ਪਰਿਵਾਰਕ ਮੈਂਬਰਾਂ ਨੂੰ ਸ਼ਹੀਦ ਕੀਤਾ, ਤਾਂ ਕਿਸ ਤਰ੍ਹਾਂ ਦਾ, ਮਤਲਬ ਜਦੋਂ ਦੱਸਦੇ ਸੀ ਫੇਸ ਇੰਪਰੈਸ਼ਨ ਕਿਸ ਤਰ੍ਹਾਂ ਦਾ ਹੁੰਦਾ ਸੀ, ਕਿਸ ਲਿਹਾਜ਼ ਨਾਲ ਤੁਹਾਨੂੰ ਦੱਸਦੇ ਸੀ? ਦੇਖੋ, ਇੱਕ ਇਨਸਾਨ ਨੇ ਜਿਹਨੇ ਸਾਰਾ ਪਰਿਵਾਰ ਹੱਥੀਂ ਸ਼ਹੀਦ ਕੀਤਾ, ਫੇਸ ਇੰਪਰੈਸ਼ਨ ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿਸ ਤਰ੍ਹਾਂ ਦਾ ਬੰਦਾ ਜਜ਼ਬਾਤੀ ਹੋ ਜਾਂਦਾ ਕਿ ਅੱਜ ਕੋਈ ਵੀ ਤੁਸੀਂ ਆਪਣੇ ਬੱਚੇ ਨੂੰ ਥੋੜ੍ਹੀ ਜਿਹੀ ਵੀ ਮੁਸ਼ਕਿਲ ਆ ਜਾਏ ਤਾਂ ਕਿਸ ਤਰ੍ਹਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਅਤੇ ਜਿਨ੍ਹਾਂ ਨੇ ਆਪਣੇ ਹੱਥੀਂ ਸ਼ਹੀਦ ਕੀਤੇ ਹੋਣ,
ਜਦੋਂ ਵੀ ਅਗਸਤ ਦਾ ਮਹੀਨਾ ਚੜ੍ਹਦਾ ਚਲੋ ਇਹ ਤਾਂ ਖੁਸ਼ੀ ਦੀ ਗੱਲ ਹੈ ਕਿ ਭਾਰਤ ਸਾਡਾ ਜਿਹੜਾ ਹੈ ਉਹ 15 ਅਗਸਤ ਨੂੰ ਆਜ਼ਾਦ ਹੋਇਆ। ਪਰ ਬਹੁਤ ਪੰਜਾਬੀਆਂ ਨੇ ਭਾਰਤ ਦੀ ਆਜ਼ਾਦੀ ਲਈ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ, ਜਿਹੜੀਆਂ ਆਜ਼ਾਦ ਬਟਵਾਰੇ ਵਿੱਚ ਵੀ ਸਾਰਾ ਨੁਕਸਾਨ ਜੋ ਹੈ ਪੰਜਾਬੀਆਂ ਨੇ ਆਪਣੇ ਸੀਨੇ 'ਤੇ ਝੱਲਿਆ, ਚਾਹੇ ਉਹ ਮੁਸਲਮਾਨ ਪੰਜਾਬੀ ਸੀ, ਚਾਹੇ ਉਹ ਹਿੰਦੂ ਪੰਜਾਬੀ ਸੀ, ਚਾਹੇ ਉਹ ਸਿੱਖ ਪੰਜਾਬੀ ਸੀ। ਕਿ 10 ਲੱਖ ਦੇ ਕਰੀਬ ਜਿਹੜੀ ਕੈਜੁਅਲਟੀਜ਼ ਹੋਈਆਂ, ਮੌਤਾਂ ਹੋਈਆਂ। ਅਤੇ ਪੰਜਾਬ ਦੇ ਜਿਹੜੇ ਆਜ਼ਾਦੀ ਦੇ ਵਿੱਚ ਵੀ ਜਿੰਨੇ ਐਜੀਟੇਸ਼ਨ ਚੱਲੀਆਂ ਅਤੇ ਸਭ ਤੋਂ ਜ਼ਿਆਦਾ ਜੋ ਹੈ ਯੋਗਦਾਨ ਪੰਜਾਬ ਦਾ ਹੀ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਰਿਹਾ। ਅਤੇ ਮੈਂ ਸਮਝਦਾ ਕਿ ਜੋ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਕਾਂਗਰਸ ਦੀਆਂ ਰਹੀਆਂ ਜਾਂ ਨੌਨ BJP ਦੀਆਂ ਸਰਕਾਰਾਂ ਰਹੀਆਂ, ਉਹਨਾਂ ਕਿਸੇ ਨੇ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਹੁਣ ਮੋਦੀ ਸਾਹਿਬ ਨੇ ਜੋ ਹੈ ਕਿ ਸਾਰਾ ਕਿਸੇ ਵੀ ਜੋ ਉੱਥੇ ਪਰਿਵਾਰ ਬਾਹਰ ਰਹਿ ਚੁੱਕੇ ਨੇ, ਜਿਹੜੇ ਕਿ ਹਿੰਦੁਸਤਾਨ ਤੋਂ ਬਾਹਰ ਰਹਿੰਦੇ ਨੇ, ਪਿੱਛੇ ਉਹਨਾਂ ਦਾ ਕਾਨੂੰਨ ਵੀ ਬਣਾਇਆ ਵੀ ਜਿਹੜੇ ਕੋ ਆਉਣਾ ਚਾਹਣ ਉਹਨਾਂ ਨੂੰ ਸਿਟੀਜ਼ਨਸ਼ਿਪ ਇੰਡੀਅਨ ਗਵਰਨਮੈਂਟ ਦੇ ਰਹੀ ਹੈ, ਜਿਹੜਾ ਕਿ ਬੜਾ ਅੱਛਾ ਕਦਮ ਮੋਦੀ ਸਾਹਿਬ ਨੇ ਚੁੱਕਿਆ। ਅਤੇ ਮੈਂ ਇਹੋ ਬੇਨਤੀ ਕਰਨਾ ਵਾਂ ਕਿ ਜਿਵੇਂ ਹੁਣ ਸਾਡਾ ਜਿਹੜੇ ਪਰਿਵਾਰ ਦੀ ਆ ਕੇ ਸਲੈਬ ਉੱਥੇ 1947 ਦੇ ਵਿੱਚ ਪਰਿਵਾਰ ਵੱਲੋਂ ਸ਼ਹੀਦਾਂ ਦੀ ਜਿਹ 'ਚ ਇਕੱਲੇ ਸ਼ਹੀਦ ਦਾ ਨਾਮ ਲਿਖਿਆ ਸੀ। 1947 'ਚ ਸ੍ਰੀ ਦਰਬਾਰ ਸਾਹਿਬ ਦੇ ਐਂਟਰੀ ਦੇ ਉੱਤੇ ਘੰਟਾ ਘਰ ਚੌਂਕ ਦੇ ਵਿੱਚ ਜਿੱਥੋਂ ਪੁਰਾਣੇ ਅਜਾਇਬ ਘਰ ਦੀਆਂ ਪੌੜੀਆਂ ਉਤਰਦੀਆਂ, ਉਹਦੇ ਨਾਲ ਬਹੁਤ ਵੱਡੀ ਸਲੈਬ ਲੱਗੀ ਹੁੰਦੀ ਸੀ, ਜਿਹੜੀ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਤਾਰੀ ਗਈ ਹੈ, ਜਾਂ ਉਹਨਾਂ ਨੇ ਕਿਸੇ ਬਾਬਿਆਂ ਨੂੰ ਸੇਵਾ ਦਿੱਤੀ ਅਤੇ ਉਹਨਾਂ ਨੇ ਉਹ ਉਤਾਰੀ ਹੈ, ਜਿਹੜੀ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਇਸ ਤਰ੍ਹਾਂ ਆਪਣੇ ਉਹਨਾਂ ਸਿੰਘਾਂ ਸਿੰਘਣੀਆਂ ਦੀ ਜੋ ਸ਼ਹੀਦਾਂ ਦੀ ਜਿਹੜੀ ਯਾਦਗਾਰ ਸੀ ਉਹ ਨਹੀਂ ਉਤਾਰਨੀ, ਸਲੈਬ ਉਤਾਰਨੀ ਚਾਹੀਦੀ, ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਹੱਥੀਂ ਸ਼ਹੀਦ ਹੋਏ ਹੈ। ਅਤੇ ਸ਼੍ਰੋਮਣੀ ਕਮੇਟੀ ਤੋਂ ਇਹ ਉਮੀਦ ਕਦੇ ਹੀ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਤੁਸੀਂ ਬਾਬਿਆਂ ਨੂੰ ਜਾਂ ਸੰਤਾਂ ਨੂੰ ਜਿਨ੍ਹਾਂ ਨੂੰ ਵੀ ਸੇਵਾ ਦਿੰਦੇ ਹੋ, ਨਾਲ ਦੇ ਨਾਲ ਘੱਟੋ ਘੱਟ ਉਹਨਾਂ 'ਤੇ ਇੱਕ ਕਮੇਟੀ ਵੀ ਬਿਠਾਓ ਕਿ ਕਿਤੇ ਉਹ ਸਾਡੀਆਂ ਪ੍ਰਾਚੀਨ ਜਿਹੜੀਆਂ ਸਲੈਬਾਂ ਨੇ ਜਾਂ ਪੁਰਾਤਨ ਇਮਾਰਤਾਂ ਉਹਨਾਂ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ, ਜਿਨ੍ਹਾਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਪ੍ਰੇਰਨਾ ਲੈਣੀ। ਹੁਣ ਤੁਸੀਂ ਦੇਖੋ ਤਰਨ ਸਾਹਿਬ 'ਚ ਇਤਿਹਾਸਕ ਗੁੰਬਦ ਜਿਹੜਾ ਉਹ ਢਾਹ ਦਿੱਤਾ ਗਿਆ। ਸਾਡੇ ਪਰਿਵਾਰ ਦੀ ਜਿਹੜੀ ਇਤਿਹਾਸਕ ਸਲੈਬ ਲੱਗੀ ਸੀ ਉੱਤੇ ਸਾਰਾ ਰਿਕਾਰਡ ਲਿਖਿਆ ਹੋਇਆ ਸੀ, ਉਹ ਉਤਾਰ ਦਿੱਤੀ ਗਈ। ਹੁਣ ਕੋਈ ਲਾਗੇ ਪੁਰਾਤਨ ਇਮਾਰਤਾਂ ਮਿਲੀਆਂ, ਉਹ ਵੀ ਤਹਿਸ ਨਹਿਸ ਕਰਨ 'ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਲੀ ਹੋਈ ਹੈ। ਕਦੇ ਚਿੱਤ ਵੀ ਕੋਈ ਵੀ ਸਿੱਖ ਜਿਹੜਾ ਮੇਰੇ ਖਿਆਲ ਨਾਲ ਇਹ ਨਹੀਂ ਚਾਹੁੰਦਾ ਕਿ ਸਾਡਾ ਜਿਹੜਾ ਇਤਿਹਾਸ ਹੈ ਸਿੱਖੀ ਦਾ ਉਹਨੂੰ ਤਹਿਸ ਨਹਿਸ ਕੀਤਾ ਜਾਵੇ। ਅਤੇ ਸਾਡੀ ਸਲੈਬ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਪ੍ਰੇਰਨਾ, ਕਿਉਂਕਿ ਇਹ ਲਾਮਿਸਾਲ ਅਤੇ ਬੇਮਿਸਾਲ ਕੁਰਬਾਨੀ ਹੈ ਕਿ ਆਪਣੇ ਹੱਥੀਂ ਪਰਿਵਾਰ ਨੂੰ ਸ਼ਹੀਦ ਕੀਤਾ, ਆਪਣੇ ਧਰਮ ਖਾਤਰ, ਆਪਣੇ ਦੇਸ਼ ਖਾਤਰ। ਜੇ ਅਸੀਂ ਉਹੀ ਰਿਕਾਰਡ ਦਰਬਾਰ ਸਾਹਿਬ 'ਚੋਂ ਉਤਾਰ ਕੇ ਅਤੇ ਉਹਨੂੰ ਖਤਮ ਕਰੀ ਜਾਵਾਂਗੇ, ਕਿਸ ਤਰ੍ਹਾਂ ਸਾਨੂੰ ਸਾਡੇ ਆਉਣ ਵਾਲੇ ਬੱਚਿਆਂ ਨੂੰ ਕਿਸ ਤਰ੍ਹਾਂ ਸਾਡਾ ਜਿਹੜਾ ਇਤਿਹਾਸ ਪਤਾ ਲੱਗੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੇਰੀ ਅਪੀਲ ਹੈ ਕਿ ਇਸ ਆਪਣੀ ਗਲਤੀ ਨੂੰ ਦਰੁਸਤ ਕਰਕੇ ਸਲੈਬ ਨੂੰ ਉਸੇ ਤਰ੍ਹਾਂ ਉਤਾਰਿਆ ਜਾਏ, ਜਾਂ ਪਰਿਵਾਰ ਨੂੰ ਕਿਹਾ ਜਾਏ ਅਸੀਂ ਸਲੈਬ ਉੱਤੇ ਦੁਬਾਰਾ ਲਗਵਾ ਦਿੰਦੇ ਹਾਂ। ਅਤੇ ਇਸ ਤਰ੍ਹਾਂ ਦਾ ਜੋ ਹੈ ਸ਼੍ਰੋਮਣੀ ਕਮੇਟੀ ਨੂੰ ਕੰਮ ਨਹੀਂ ਕਰਨਾ ਚਾਹੀਦਾ ਕੋਈ, ਕਿਉਂਕਿ ਪੰਜਾਬ ਦੀ 70 ਤੋਂ 80% ਆਬਾਦੀ ਜਿਹੜੀ ਹੈ ਲਹਿੰਦੇ ਪੰਜਾਬ 'ਚੋਂ ਇੱਧਰ ਆਈ ਹੈ, ਅਤੇ ਸਾਰਿਆਂ ਦੇ ਵਿੱਚ ਇਸ ਚੀਜ਼ ਦਾ ਜੋ ਹੈ ਜਿਹੜਾ ਸੁਣਦਾ ਬੜਾ ਭਾਰੀ ਰੋਸ ਪ੍ਰਗਟ ਕਰ ਰਹੇ ਨੇ ਵੀ ਇਹ ਕਦੇ ਵੀ ਇਹ ਸ਼੍ਰੋਮਣੀ ਕਮੇਟੀ ਨੂੰ ਇਹ ਸਟੈਪ ਨਹੀਂ ਸੀ ਲੈਣਾ ਚਾਹੀਦਾ ਕਿ ਜਿਹੜਾ ਸਾਡਾ ਇਤਿਹਾਸ ਹੈ, ਜਿਹੜਾ ਸਾਡਾ ਸਿੱਖੀ ਦੇ ਸ਼ਹੀਦਾਂ ਦਾ ਇਤਿਹਾਸ ਹੈ, ਇਹਨੂੰ ਤਹਿਸ ਨਹਿਸ ਕਰ ਦੇਣਾ ਸ਼੍ਰੋਮਣੀ ਕਮੇਟੀ ਦਾ ਇਹ ਕੰਮ ਨਹੀਂ ਹੈ। ਕਰਮਪਾਲ ਜੀ, ਕੀ ਸੋਚਦੇ ਹੋ ਤੁਸੀਂ ਕਿ ਜੇਕਰ ਉਸ ਸਮੇਂ ਜੋ ਅਸੀਂ ਸੁਣਦੇ ਹਾਂ ਕਿ ਉਸ ਸਮੇਂ ਇੱਕ ਸਾਰਿਆਂ ਨੂੰ ਇਹ ਕਿ ਮਤਲਬ ਮੈਂ PM ਬਣ ਜਾ, ਜੋ ਅਸੀਂ ਸੋਸ਼ਲ ਮੀਡੀਆ 'ਤੇ ਅਕਸਰ ਵੇਖਦੇ ਹਾਂ ਕਿ ਇੱਕ ਲੜਾਈ ਹੈਗੀ ਸੀ ਪ੍ਰਧਾਨ ਮੰਤਰੀ ਦੀ ਕੁਰਸੀ ਦੀ, ਜੇਕਰ ਉਸ ਸਮੇਂ ਇਹ ਚੀਜ਼ਾਂ ਨਾ ਹੁੰਦੀਆਂ, ਉਹ ਦੂਸਰੀ ਤਰਫ ਕਿਹਾ ਜਾਂਦਾ ਕਿ ਜਿਹੜਾ ਬ੍ਰਿਟਿਸ਼ ਵੱਲੋਂ ਜਿਹੜਾ ਇੱਕ ਅਧਿਕਾਰੀ ਭੇਜਿਆ ਗਿਆ ਸੀ ਉਸ ਨੂੰ ਪੂਰੀ ਸਮਝ ਨਹੀਂ ਸੀ ਹੈਗੀ ਕਿ ਪੰਜਾਬ ਜਿਹੜਾ ਪੰਜਾਬੀ ਜੋ ਨੇ ਉਹ ਇੱਧਰ ਜ਼ਿਆਦੇ ਨੇ, ਤਾਂ ਉਹਨਾਂ ਨੇ ਸਹੀ ਤਰੀਕੇ ਨਾਲ ਕਹਿੰਦੇ ਵੰਡ ਨਹੀਂ ਕੀਤੀ। ਅਗਰ ਵੰਡ ਸਹੀ ਤਰੀਕੇ ਨਾਲ ਹੋਈ ਹੁੰਦੀ ਤਾਂ ਜਿੰਨਾ ਨੁਕਸਾਨ ਹੋਇਆ, ਜਾਨੀ ਨੁਕਸਾਨ ਹੋਇਆ ਜਾਂ ਹੋਰ ਤਰ੍ਹਾਂ ਦੇ ਨੁਕਸਾਨ ਹੋਏ, ਉਹ ਨਹੀਂ ਸੀ ਹੋਣੇ। ਕੀ ਸੋਚਦੇ ਹੋ ਤੁਸੀਂ? ਬਿਲਕੁਲ ਜੀ, ਬਿਲਕੁਲ। ਲਾਊਡ ਮਾਊਂਟੇਨ ਨੂੰ ਜੋ ਉਹਨਾਂ ਨੇ ਭੇਜਿਆ ਵੀ ਜਾ ਕੇ, ਹੁਣ ਅੰਗਰੇਜ਼ ਇੱਕ ਜਿਹੜਾ ਅਧਿਕਾਰੀ ਹੈ ਉਹਨੂੰ ਇੱਥੋਂ ਦਾ ਭੂਗੋਲਿਕ ਸਥਿਤੀ ਦਾ ਕੀ ਪਤਾ ਸੀ, ਉਹਨੇ ਤਾਂ ਇੱਕ ਨਕਸ਼ਾ ਲਿਆ ਅਤੇ ਉੱਤੇ ਲਾਈਨ ਮਾਰ ਦਿੱਤੀ ਵੀ ਆਹ ਪਿੰਡ ਇੱਧਰ ਆ ਗਏ, ਆਹ ਪਿੰਡ ਇੱਧਰ ਆ ਗਏ। ਤਾਂ ਹੋਇਆ ਬਿਲਕੁਲ ਉਲਟ ਸੀ ਕਿ ਜਿਹੜਾ ਹਿੰਦੂ ਸਿੱਖ ਭਾਈਚਾਰਾ ਸੀ ਇਹ ਸਾਰਾ ਲਹਿੰਦੇ ਪੰਜਾਬ ਵੱਲ ਜ਼ਿਆਦਾ ਰਹਿੰਦਾ ਸੀ, ਤਾਂ ਮੁਸਲਮਾਨ ਭਾਈਚਾਰਾ ਇੱਧਰ ਆਪਣਾ ਚੜ੍ਹਦੇ ਪੰਜਾਬ ਵੱਲ ਜ਼ਿਆਦਾ ਰਹਿੰਦਾ ਸੀ। ਉਹ ਸਾਰਾ ਜਿਹੜਾ ਟਰਾਂਸਫਰ ਹੋਣਾ ਸੀ ਉੱਧਰੋਂ ਹਿੰਦੂ ਸਿੱਖ ਜਿਹੜੇ ਟਰਾਂਸਫਰ ਹੋਣੇ ਸੀ ਇੱਧਰ, ਉਹਦੇ ਵਿੱਚ ਜਿਹੜਾ ਸ਼ਰਾਰਤੀ ਅਨਸਰਾਂ ਨੇ ਕੁਝ ਉਦੋਂ ਦੀ ਜਿਹੜੀ ਨਵੀਂ ਸਰਕਾਰ ਬਣੀ ਸੀ ਉਹਦੇ ਵਿੱਚ ਜਵਾਹਰ ਲਾਲ ਨਹਿਰੂ ਜੀ ਦਾ ਮੈਂ ਤਾਂ ਨਾਮ ਲੈ ਹੀ ਰਿਹਾ ਵਾਂ,
ਕਿ ਉਹਨਾਂ ਨੂੰ ਇਹੋ ਲਾਲਸਾ ਸੀ ਕਿ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਕਿਸੇ ਤਰੀਕੇ, ਭਾਵੇਂ ਕਿ ਉਹਨਾਂ ਤੋਂ ਬਹੁਤ ਹੀ ਯੋਗ ਬੰਦੇ ਹੋਰ ਬੈਠੇ ਸਨ। ਉਹ ਇਸੇ ਲਾਲਸਾ ਦੇ ਨਾਲ ਉਹਨਾਂ ਨੇ ਕੋਈ ਇੱਧਰ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਵੀ ਪੰਜਾਬ ਲੜਦਾ ਲੜ ਜੇ, ਆਪਸ 'ਚ ਮਰਦੇ ਮਰ ਜਾਣ, ਆਹੀ ਦਵਾ ਦਵ ਮੈਂ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਾਂ ਅਤੇ ਆਪਣਾ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਬਣਾ ਦੇ। ਇਸੇ ਦੇ ਵਿੱਚ ਨਾ ਕੋਈ ਕੇਅਰ ਕੀਤੀ ਗਈ ਨਾ ਕੁਛ, ਅਤੇ ਉਹ ਜਿਹੜਾ ਫਿਰਕੂ ਤਣਾਅ ਵੱਧਦਾ ਇੰਨਾ ਭਿਅੰਕਰ ਰੂਪ ਲੈ ਗਿਆ ਕਿ 10 ਲੱਖ ਦੇ ਕਰੀਬ ਜਿਹੜਾ ਪੰਜਾਬੀ ਹੈ ਉਹਦੇ ਵਿੱਚ ਕਿਸੇ ਵੀ ਧਰਮ ਦਾ ਹੋਏ ਮਾਰਿਆ ਗਿਆ। ਇੱਧਰੋਂ ਮੁਸਲਮਾਨ ਜਿਹੜੇ ਜਾਂਦੇ ਸੀ ਉਹ ਵੀ ਫਿਰਕੂ ਤਣਾਅ ਦੀ ਭੇਟ ਚੜ੍ਹ ਜਾਂਦੇ ਸੀ, ਉੱਧਰੋਂ ਜਿਹੜੇ ਹਿੰਦੂ ਸਿੱਖ ਆਉਂਦੇ ਸੀ ਉਹ ਵੀ ਫਿਰਕੂ ਤਣਾਅ ਦੀ ਭੇਟ ਚੜ੍ਹ ਜਾਂਦੇ। ਅਤੇ ਬਹੁਤ ਜ਼ਿਆਦਾ ਜੋ ਹੈ ਮੈਂ ਵੇਖਿਆ ਕਿ ਪੰਜਾਬੀਆਂ ਨੇ ਸ਼ੁਰੂ ਤੋਂ ਹੀ ਵਿਦੇਸ਼ੀ ਜਿਹੜੇ ਹਮਲੇ ਵੀ ਹੁੰਦੇ ਰਹੇ ਹੈ, ਉਹ ਵੀ ਪੰਜਾਬੀ ਸਾਰੇ ਝੱਲਦੇ ਰਹੇ ਹੈ। ਦੇਸ਼ ਦੀਆਂ ਆਜ਼ਾਦੀ ਵਾਸਤੇ ਜਿਹੜੀਆਂ ਐਜੀਟੇਸ਼ਨਾਂ ਚੱਲੀਆਂ ਉਹ 'ਚ ਵੀ ਸਾਰਾ 80% ਰੋਲ ਪੰਜਾਬੀਆਂ ਦਾ ਰਿਹਾ। ਤਾਂ ਅਖੀਰ ਜਦੋਂ ਮੁਲਕ ਆਜ਼ਾਦ ਹੋ ਗਿਆ ਉਦੋਂ ਫਿਰ ਪੰਜਾਬੀਆਂ ਦਾ 10 ਲੱਖ ਬੰਦਾ ਫਿਰ ਮਾਰਿਆ ਗਿਆ। ਇਸ ਕਰਕੇ ਪੰਜਾਬੀ ਕੌਮ ਹੀ ਇਹੋ ਜਿਹੀ ਹੈ ਜੀ, ਇਹਨਾਂ ਸਦਾ ਹਿੰਦੁਸਤਾਨ ਲਈ, ਆਪਣੇ ਭਾਰਤ ਮੁਲਕ ਲਈ ਸ਼ਹੀਦੀਆਂ ਦਿੱਤੀਆਂ ਅਤੇ ਕੁਰਬਾਨੀਆਂ ਦਿੱਤੀਆਂ ਅਤੇ ਗਾਂਹ ਵੀ ਦਿੰਦੇ ਰਹਿਣਗੇ। ਮੁਲਕ ਦੇ ਉੱਤੇ ਕੋਈ ਵੀ ਵਿਪਤਾ ਪਏਗੀ ਅਤੇ ਪੰਜਾਬੀ ਸਭ ਤੋਂ ਅੱਗੇ ਖੜ੍ਹੇ ਹੋ ਕੇ ਉਸ ਵਿਪਤਾ ਦਾ ਟਾਕਰਾ ਕਰਨ। ਕਰਮਪਾਲ ਜੀ, ਦੇਸ਼ ਤਾਂ ਆਜ਼ਾਦ ਹੋ ਗਿਆ, ਆਜ਼ਾਦੀ ਜਿਹੜੀ ਬਹੁਤ ਮੁਸ਼ਕਲ ਨਾਲ ਲਈ ਗਈ, ਉਸ ਲਈ ਜਿਹੜਾ ਭੁੱਖ ਹੜਤਾਲ ਵੀ ਕੀਤੀ ਗਈ, ਸ਼ਹੀਦੀਆਂ ਵੀ ਦਿੱਤੀਆਂ ਗਈਆਂ, ਸ਼ਹੀਦ ਭਗਤ ਸਿੰਘ ਹੋਰਾਂ, ਸੁਖਦੇਵ ਹੋਰਾਂ ਨੇ ਫਾਂਸੀਆਂ ਦੇ ਵਿੱਚ ਚੜ੍ਹੇ ਰਾਜਗੁਰੂ ਹਰੀ। ਪਰ ਕੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਾਂ ਸਾਰੀ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਹਿੰਦੁਸਤਾਨ ਦੇ ਵਿੱਚ ਤਕਰੀਬਨ 70 ਤੋਂ 75% ਦੇਸ਼ ਦੀ ਆਜ਼ਾਦੀ ਤੋਂ ਬਾਅਦ ਰਾਜ ਕੀਤਾ ਕਾਂਗਰਸ ਦੀ ਸਰਕਾਰ ਨੇ। ਅਤੇ ਕਾਂਗਰਸ ਦੀਆਂ ਸਰਕਾਰ ਦੀਆਂ ਜੋ ਨੀਤੀਆਂ ਰਹੀਆਂ ਉਹ ਕਦੀ ਵੀ ਦੇਸ਼ ਦੇ ਪੱਖ ਵਿੱਚ ਦੇ ਨਹੀਂ ਰਹੀਆਂ। ਕਾਂਗਰਸ ਦੇ ਪ੍ਰਧਾਨ ਮੰਤਰੀ ਖੁਦ ਮੰਨਦੇ ਰਿਹਾ ਜੀ, ਅਸੀਂ ਜੋ 1 ਰੁਪਈਆ ਭੇਜਦੇ ਹਾਂ ਅਤੇ ਲੋਕਾਂ ਤੱਕ 10 ਪੈਸੇ ਪਹੁੰਚਦੇ ਸੀ। ਇਹ ਕੋਈ ਗੱਲ ਹੈ? ਦੇਸ਼ ਦੇ ਵਿੱਚ ਜਿੰਨਾ ਚਿਰ ਵੀ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਦੇਸ਼ ਹਮੇਸ਼ਾ ਪਿੱਛੇ ਗਿਆ, ਦੇਸ਼ ਹਮੇਸ਼ਾ ਗਰੀਬ ਹੋਇਆ। ਇਹ ਤਾਂ ਹੁਣ ਨਰਿੰਦਰ ਮੋਦੀ ਜੀ ਦੇ ਹੱਥ ਜਿਹੜੀ ਦੇਸ਼ ਦੀ ਵਾਗਡੋਰ ਆਈ ਹੈ, ਅਤੇ ਅੱਜ ਦੇਖ ਲਓ ਭਾਰਤ ਦੇਸ਼ ਜਿਹੜਾ ਸੁਪਰ ਪਾਵਰ ਬਣਨ ਵੱਲ ਵੱਧ ਰਿਹਾ ਹੈ। ਅੱਜ ਭਾਰਤ ਦੀ ਗਿਣਤੀ ਬੜੇ ਹੀ ਵਿਕਾਸਸ਼ੀਲ ਮੁਲਕਾਂ ਦੇ ਵਿੱਚ ਹੋ ਰਹੀ ਹੈ। ਭਾਰਤ ਆਪਣੇ ਸਾਰੇ ਉਪਕਰਨ ਤਿਆਰ ਕਰ ਰਿਹਾ, ਆਪਣੇ ਜਿਹੜੇ ਹਥਿਆਰ ਬਾਹਰੋਂ ਲੈਂਦੇ ਸੀ ਉਹ ਆਰਮੀ ਲਈ ਉਹ ਸਾਰੇ ਭਾਰਤ 'ਚ ਤਿਆਰ ਹੋ ਰਹੇ ਨੇ। ਸਾਰਾ ਡਿਜੀਟਾਈਲੇਸ਼ਨ ਜਿਹੜਾ ਮੋਦੀ ਗੌਰਮੈਂਟ ਨੇ ਕੀਤਾ ਹੈ, ਅਤੇ ਮੁਲਕ ਨੂੰ ਬਾਕੀ ਵਿਕਾਸ ਜਿਹੜੇ ਵਿਕਾਸਸ਼ੀਲ ਮੁਲਕ ਨੇ ਉਹਨਾਂ ਦੇ ਬਰਾਬਰ ਲਿਆ ਕੇ ਭਾਰਤ ਨੂੰ ਖੜਾ ਕਰ। ਜੀ, ਅਖੀਰਲਾ ਸਵਾਲ ਆ, ਜੇਕਰ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਆਪਣੇ ਜੱਦੀ ਪਿੰਡ ਪਾਕਿਸਤਾਨ ਜਾਣਾ ਚਾਹੋਗੇ? ਹਾਂ, ਜੇ ਦੇਖੋ ਜੀ, ਇੰਡੀਅਨ ਦੀ ਗੌਰਮੈਂਟ, ਪਾਕਿਸਤਾਨ ਦੀ ਗੌਰਮੈਂਟ ਪਰਮਿਸ਼ਨ ਦੇਵੇ ਕਿ ਤੁਸੀਂ ਆਪਣਾ ਜੋ ਹੈ ਤੁਹਾਡੇ ਜਿਹੜੇ ਵਡੇਰੇ ਨੇ ਉਹਨਾਂ ਦੀ ਤੁਸੀਂ ਜਿਹੜੀ ਜਗ੍ਹਾ ਦੇਖ ਸਕਦੇ ਹੋ, ਤਾਂ ਅਸੀਂ ਜ਼ਰੂਰ ਜਾਵਾਂਗੇ। ਉੱਥੇ ਵੇਖਾਂਗੇ ਵੀ ਉਹ ਉੱਥੇ ਜੋ ਇਹਨਾਂ ਨੂੰ ਇੰਨਾ ਗੁਰੂ ਮਹਾਰਾਜ ਨੇ ਬਲ ਬਖਸ਼ਿਆ, ਉਸ ਸਥਾਨ ਦੇ ਜ਼ਰੂਰ ਦਰਸ਼ਨ ਕਰਾਂਗੇ ਜਿੱਥੇ ਇਹਨਾਂ ਨੇ ਆਪਣੇ ਦੇਸ਼ ਅਤੇ ਆਪਣੇ ਧਰਮ ਦੀ ਖਾਤਰ ਪਰਿਵਾਰ ਦੇ 17 ਜੀ ਹੱਥੀਂ ਸ਼ਹੀਦ ਕੀਤੇ ਆ। ਉਹ ਤਾਂ ਇੱਕ ਬੜੀ ਪਵਿੱਤਰ ਜਗ੍ਹਾ ਮੇਰੇ ਖਿਆਲ ਨਾਲ ਬਣ ਗਈ ਇਸ ਸਾਰੇ ਪੰਜਾਬ ਵਾਸੀਆਂ ਦੀ ਨਜ਼ਰ 'ਚ, ਕਿ ਜਿੱਥੇ ਇੰਨਾ ਵੱਡਾ ਕਾਰਾ ਜੋ ਪਰਿਵਾਰ ਨੇ ਆਪਣੇ ਹੱਥੀਂ ਸ਼ਹੀਦੀਆਂ ਜਿਹੜੀਆਂ ਨੇ ਦਿੱਤੀਆਂ, ਅਤੇ ਸ਼ਹੀਦ ਹੋਣ ਵਾਲਿਆਂ ਨੇ ਵੀ ਖੁਸ਼ੀ ਸ਼ਹੀਦ ਹੋਣਾ ਪ੍ਰਵਾਨ ਕੀਤਾ। ਇਸ ਕਰਕੇ ਉਹ ਬੜਾ ਪਵਿੱਤਰ ਧਰਤੀ ਹੈ, ਅਸੀਂ ਉੱਥੇ ਜ਼ਰੂਰ ਜਾਣਾ ਚਾਹਾਂਗੇ। ਇਹ ਸਨ ਸਾਡੇ ਨਾਲ ਕਰਨਪਾਲ ਸਿੰਘ ਚਾਵਲਾ, ਜਿਨ੍ਹਾਂ ਨੇ ਆਪਣੇ 17 ਪਰਿਵਾਰਕ ਮੈਂਬਰਾਂ ਦੀ ਜੋ ਸ਼ਹੀਦੀ ਹੋਈ ਸੀ ਉਸ ਤੋਂ ਤੁਹਾਨੂੰ ਜਾਣੂ ਕਰਵਾਇਆ ਹੈ। ਸੋ ਇਹਨਾਂ ਦੁਆਰਾ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਮੰਗ ਕੀਤੀ ਗਈ ਹੈ ਕਿ ਇਹਨਾਂ ਨੂੰ ਜੋ ਪਾਕਿਸਤਾਨ ਦਾ ਵੀਜ਼ਾ ਦਿੱਤਾ ਜਾਵੇ, ਤਾਂ ਜੋ ਇਹ ਆਪਣੇ ਪੁਰਖਾਂ ਦੀ ਜੋ ਉੱਥੇ ਹਵੇਲੀ ਸੀ ਉਸ ਦੇ ਦਰਸ਼ਨ ਕਰ ਸਕਣ। ਉੱਥੇ ਲਾਈ ਜਾਵੇ ਦੁਬਾਰਾ। ਸੋ ਇੱਕ ਹੋਰ ਵੀ ਮੰਗ ਹੈ ਇਹਨਾਂ ਦੁਆਰਾ ਕਿ ਜੋ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਦੇ ਜੋ ਪਰਿਵਾਰ ਦੇ ਜੋ 17 ਸ਼ਹੀਦ ਹੋਏ ਸਨ ਉਹਨਾਂ ਦੀ ਉੱਥੇ ਸਲੈਬ ਸੀ, ਉਸ ਨੂੰ ਮੁੜ ਕੇ ਉਸੇ ਸਥਾਨ 'ਤੇ ਲਗਾਇਆ ਜਾਵੇ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਹਮਦਰਦ TV ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।